ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ 'ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਪ੍ਰਤਾਪ, ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਗੁਣ ਅਤੇ ਉਹਨਾਂ ਦੀ ਹੋਂਦ ਨੂੰ ਜੇਕਰ ਪ੍ਰਗਟ ਕੀਤਾ ਤੇ ਉਹਨਾਂ ਦੇ ਪਿਆਰੇ ਭਗਤਾਂ ਨੇ, ਸੰਤਾਂ ਸਾਧੂਆਂ ਨੇ ਕੀਤਾ ਹੈ। ਚੁਣਿੰਦੀ ਗਿਣਤੀ ਦੇ ਵਿੱਚ ਭਗਤ ਇਸ ਧਰਤੀ 'ਤੇ ਪੈਦਾ ਹੁੰਦੇ ਨੇ। ਜਦੋਂ ਸੰਸਾਰ ਦੇ ਵਿੱਚ ਕੋਈ ਵੀ ਧਰਮ ਦੀ ਲਹਿਰ ਚਲਾਉਣੀ ਹੁੰਦੀ ਹੈ, ਕਿਸੇ ਇੱਕ ਅਵਤਾਰੀ ਪੁਰਸ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਕਰਦੇ ਆ, ਸਿਰਫ ਇੱਕ ਨੂੰ। ਉਸ ਇੱਕ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਕਿ ਉਹ ਆਪ ਦੇ ਮਾਲਕ ਦੀ ਉਸਤਤ ਦੇ ਪ੍ਰਤਾਪ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਅਤੇ ਜਦੋਂ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਉਹ ਆਪਦੇ ਘਰ ਵੀ ਚਲੇ ਜਾਂਦੇ ਆ, ਉਹਨਾਂ 'ਤੇ ਜਾਣ ਤੋਂ ਬਾਅਦ ਵੀ ਯੁੱਗ ਯੁੱਗ ਉਹਨਾਂ ਦੀ ਸੋਭਾ ਹੁੰਦੀ ਆ। ਅਤੇ ਜਿਹੜਾ ਯੁੱਗ ਹੁੰਦਾ ਹੈ, ਜਿਸ ਯੁੱਗ ਵਿੱਚ, ਜਿਸ ਸਮੇਂ ਵਿੱਚ ਭਗਤ ਹੁੰਦੇ ਨੇ, ਉਹ ਯੁੱਗ ਹੀ ਉਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇ ਆਪਾਂ ਸਤਯੁੱਗ, ਤ੍ਰੇਤਾ, ਦੁਆਪਰ, ਪੂਰਬਲੇ ਸਮਿਆਂ ਦੇ ਵਿੱਚ ਜੇਕਰ ਆਪਾਂ ਕੋਈ ਇਤਿਹਾਸ ਨੂੰ ਜਾਂ ਕੋਈ ਆਪਾਂ ਦਿਨਾਂ ਨੂੰ, ਸਮੇਂ ਨੂੰ ਯਾਦ ਕਰੀਏ ਤੇ ਅਵਤਾਰੀ ਪੁਰਸ਼ਾਂ ਦੇ ਨਾਮ ਨਾਲ ਹੀ ਉਹ ਯੁੱਗਾਂ ਦੀਆਂ ਕਹਾਣੀਆਂ ਯਾਦ ਕੀਤੀਆਂ ਜਾਂਦੀਆਂ ਨੇ। ਪਰ ਅਵਤਾਰੀ ਪੁਰਸ਼ ਉਹ ਹੈ, ਗੁਰਮੁਖ ਉਹ ਆ ਜੋ ਮਨ ਕਰਕੇ, ਵਿਸ਼ਵਾਸ ਕਰਕੇ ਸੱਚੇ ਪਾਤਸ਼ਾਹ ਦੇ ਵਿੱਚ ਭੇਦ ਹੋ ਗਿਆ, ਉਹਨਾਂ ਦੇ ਨਾਲ ਮਿਲ ਗਿਆ। ਜਿਵੇਂ ਕਿਸੇ ਸਮੇਂ ਦੇ ਵਿੱਚ ਸਤਯੁੱਗ ਦੇ ਵਿੱਚ ਪ੍ਰਹਲਾਦ ਜੀ ਹੋਏ ਸੀਗੇ। ਉਹਨਾਂ ਦਾ ਪਿਤਾ ਸੀ ਜਿਹੜਾ ਹਰਨਾਕਸ਼, ਉਹਦੀ ਕਾਫੀ ਜਿਹੜਾ ਹੈ ਆਪਦੇ ਪਿੰਡਾਂ ਦੇ ਵਿੱਚ, ਕਸਬੇ ਦੇ ਵਿੱਚ, ਏਰੀਏ ਦੇ ਵਿੱਚ ਸੋਭਾ ਸੀ। ਉਹਦਾ ਰਾਜ ਬਹੁਤ ਵੱਡਾ ਸੀ ਅਤੇ ਲੋਕ ਬਜਾਏ ਮਾਲਕ ਅਕਾਲ ਪੁਰਖ ਦਾ ਨਾਮ ਜਪਣ ਦੇ ਹਰਨਾਕਸ਼ ਦਾ ਨਾਮ ਜਪਦੇ ਸੀਗੇ। ਇੰਨਾ ਹੀ ਵੱਡਾ ਲਾਮ ਲਸ਼ਕਰ ਅਤੇ ਇੰਨੀ ਸੋਭਾ ਹੋਣ ਕਰਕੇ ਹੰਕਾਰ ਅਤੇ ਹਉਮੈ ਨਾਲ ਭਰਿਆ ਹੋਇਆ ਸੀ। ਪਰ ਉਹਦੇ ਘਰ ਜਿਹੜਾ ਜਨਮ ਹੋਇਆ, ਉਹ ਸੰਪੂਰਨ ਭਗਤ ਜੀ, ਮਾਲਕ ਦੇ ਨਾਲ ਅਭੇਦ ਰੂਹ ਭਗਤ ਪ੍ਰਹਲਾਦ ਜੀ ਦਾ ਹੋਇਆ। ਕਿਉਂਕਿ ਗੁਰਮੁਖਾਂ ਦੇ ਬਚਨ ਵੀ ਨਿਰਮਲ ਹੁੰਦੇ ਨੇ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਮਾਲਕ ਹੁੰਦਾ ਹੈ। ਅਤੇ ਫਿਰ ਹੰਕਾਰ ਦੇ ਵਸ ਜਿਹੜਾ ਹਰਨਾਕਸ਼ ਸੀਗਾ, ਇਹਨੇ ਪ੍ਰਹਲਾਦ ਦੇ ਉੱਪਰ ਤਸ਼ੱਦਦ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਨਾਲ ਸਜ਼ਾਵਾਂ ਉਹਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਜਿਵੇਂ ਮਹਾਰਾਜ ਨੇ ਆਪ ਦਾ ਪ੍ਰਤਾਪ ਹੀ ਪ੍ਰਗਟ ਕਰਨਾ ਹੁੰਦਾ ਹੈ, ਅਤੇ ਗੁਰਬਾਣੀ ਗੁਰੂ ਦੇ ਵਿੱਚ ਬੜਾ ਖੋਲ੍ਹ ਕੇ, ਜਿਹੜਾ ਸੁਚੱਜੇ ਢੰਗ ਦੇ ਨਾਲ ਪ੍ਰਹਲਾਦ ਅਤੇ ਹਰਨਾਕਸ਼ ਦੀ ਕਥਾ ਨੂੰ ਤਕਰੀਬਨ 3-4 ਸ਼ਬਦਾਂ ਦੇ ਵਿੱਚ ਬੜਾ ਖੋਲ੍ਹ ਕੇ ਸਮਝਾਇਆ ਗਿਆ ਵੀ ਕੀ ਉਸ ਸਮੇਂ ਵਰਤਾਰਾ ਹੋਇਆ ਸੀ। ਹੁਣ ਮਹਾਰਾਜ ਕਹਿੰਦੇ, ਪਿਤਾ ਪ੍ਰਹਲਾਦ ਸਿਉ ਗਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ, ਜਗਜੀਵਨ ਦਾਤਾ ਅੰਤ ਸਖਾਈ, ਜੈ ਦੇਖਾ ਤੈ ਰਹਿਆ ਸਮਾਈ। ਇੰਨਾ ਹੰਕਾਰ ਸੀਗਾ, ਕਹਿੰਦੇ ਵੀ ਤੂੰ ਮੇਰਾ ਨਾਮ ਨਹੀਂ ਜਪਦਾ, ਤੂੰ ਮੈਨੂੰ ਨਹੀਂ ਮੰਨਦਾ, ਦਿਖਾ ਤੇਰਾ ਰੱਬ, ਤੇਰਾ ਮਾਲਕ ਤੇਰਾ ਕਿੱਥੇ ਹੈ। ਗਰਜ, ਪਿਤਾ ਪ੍ਰਹਲਾਦ ਸਿਉ ਗਰਜ ਉਠਾਈ, ਬੜੇ ਹੰਕਾਰ ਦੇ ਵਿੱਚ ਉੱਚੀ ਆਵਾਜ਼ 'ਚ ਬੋਲੇ, ਕਿੱਥੇ ਤੇਰਾ ਰੱਬ, ਕਹਾਂ ਤੁਮਾਰਾ ਜਗਦੀਸ਼ ਗੁਸਾਈ। ਅਤੇ ਮਹਾਰਾਜ ਕਹਿੰਦੇ, ਜਗਜੀਵਨ ਦਾ ਤਾਂ ਅੰਤ ਸਿਖਾਈ, ਜੈ ਦੇਖਾ ਤੈ ਰਹਿਆ ਸਮਾਈ। ਅੱਗੋਂ ਪ੍ਰਹਲਾਦ ਜੀ ਕਹਿੰਦੇ ਵੀ ਉਹ ਤਾਂ ਆਦ ਅੰਤ ਨੂੰ ਸਿਰਜਣ ਵਾਲਾ ਹੈ, ਅਤੇ ਜਿੱਥੇ ਤੂੰ ਦੇਖੇ, ਜਿਹੜੇ ਪਾਸੇ ਵੀ ਦੇਖੇ, ਉਸੇ ਦਾ ਹੀ ਪ੍ਰਤਾਪ। ਅਤੇ ਮਹਾਰਾਜ ਕਹਿੰਦੇ ਵੀ ਜਦੋਂ ਉਹ ਹੰਕਾਰ ਵੱਸ ਪੈ ਕੇ ਅਤੇ ਨਹੀਂ ਉਸ ਨੂੰ ਮੰਨਦਾ, ਕਿਉਂਕਿ ਉਹਦੀ ਭਗਤੀ ਇੰਨੀ ਸੀਗੀ ਕਿ ਉਹਨੇ
ਕਾਫੀ ਰਿੱਧ ਸਿੱਧ ਨਿਧੀਆਂ ਵਸ ਕੀਤੀਆਂ ਸੀ ਅਤੇ ਉਹ ਕਹਿੰਦਾ ਸੀ ਮੈਨੂੰ ਵਰ ਮਿਲਿਆ ਹੋਇਆ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਨੂੰ ਮਰਾਂ, ਨਾ ਮੈਂ ਧਰਤੀ ਵਿੱਚ ਮਰਾਂ, ਨਾ ਮੈਂ ਅਸਮਾਨ ਵਿੱਚ ਮਰਾਂ, ਨਾ ਮੈਂ ਘਰੋਂ ਅੰਦਰ ਮਰਾਂ, ਨਾ ਮੈਂ ਘਰੋਂ ਬਾਹਰ ਮਰਾਂ, ਨਾ ਮੈਨੂੰ ਇਸਤਰੀ ਮਾਰ ਸਕੇ, ਨਾ ਮੈਨੂੰ ਪੁਰਸ਼ ਮਾਰ ਸਕੇ, ਅਤੇ ਨਾ ਹੀ ਮੇਰੇ ਉੱਤੇ ਕੋਈ ਹਥਿਆਰ ਵਾਰ ਕਰ ਸਕੇਗਾ। ਅਤੇ ਜਦੋਂ ਫਿਰ ਉਹਨੂੰ ਇਹ ਸੀ ਵੀ ਮੈਂ ਤਾਂ ਅਮਰ ਹੋ ਗਿਆ ਅਤੇ ਜੂਨ ਕਦੇ ਕੋਈ ਅਮਰ ਨਹੀਂ ਹੋ ਸਕਦਾ। ਅਤੇ ਜਦੋਂ ਇਸ ਤਰ੍ਹਾਂ ਤਸ਼ੱਦਦ ਕਰਦਾ ਹੈ, ਜਿਵੇਂ ਆਪਾਂ ਇਤਿਹਾਸ 'ਚ ਸੁਣਦੇ ਹਾਂ, ਕਦੇ ਪ੍ਰਹਿਲਾਦ ਜੀ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਕਦੇ ਹੋਲਕਾ ਦੀ ਗੋਦੀ ਵਿੱਚ ਬਿਠਾ ਕੇ ਅਗਨ ਦੇ ਵਿੱਚ ਜਾਲਣ ਦੀ ਕੋਸ਼ਿਸ਼ ਕੀਤੀ ਜਾਂਦੀ, ਕਦੇ ਪਹਾੜ ਤੋਂ ਸਿੱਟਿਆ ਜਾਂਦਾ ਹੈ। ਪਰ ਭਗਤਾਂ ਨੇ ਸੱਚ ਦੇ ਵਿੱਚ ਭੇਦ ਹੋਏ ਸੀ, ਇਸ ਕਰਕੇ ਉਹਨਾਂ ਦੇ ਜਿਹੜੇ ਸਰੀਰਕ ਤੱਤ ਸੀ ਉਹ ਵੀ ਜਦੋਂ ਇਹਨਾਂ ਦੇ ਉੱਤੇ ਕੋਈ ਤਸ਼ੱਦਦ ਹੁੰਦੀ ਸੀ ਅਤੇ ਉਹ ਆਪਦੇ ਸਰੀਰਕ ਤੱਤਾਂ ਨੂੰ ਵੀ ਸੰਕੋਚ ਕੇ ਸਾਹਮਣੇ ਸੱਚ 'ਚ ਭੇਦ ਕਰ ਲੈਂਦੇ ਸੀ। ਇਸ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਸੀ ਆਉਂਦੀ। ਅਤੇ ਮਹਾਰਾਜ ਕਹਿੰਦੇ ਜਦੋਂ ਇੰਨੀ ਗਰਜ ਉਠਾ ਕੇ ਕਿਹਾ ਵੀ ਦਿਖਾ ਤੇਰਾ ਰੱਬ ਕਿੱਥੇ ਆ, ਭਰੀ ਸਭਾ ਦੇ ਵਿੱਚ ਜਿਹਨੂੰ ਕਹਿੰਦੇ ਪੁੱਤਰ ਪ੍ਰਹਲਾਦ ਸਿਉ ਵਾਦ ਰਚਾਇਆ, ਅੰਧਾ ਨਾ ਬੁਝੈ ਕਾਲ ਨੇੜੇ ਆਇਆ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੇ ਮੇਰੇ ਅੰਦਰ ਗੁਰ ਗੋਪਾਲਾ। ਵੀ ਕੋਠੇ 'ਚ ਕਈ ਦਿਨ ਉਹਨੂੰ ਬੰਦ ਰੱਖ ਕੇ ਕਹਿੰਦੇ ਤਾਲਾ ਮਾਰ ਦਿੱਤਾ ਅਤੇ ਬੜਾ ਉਹਦੇ 'ਤੇ ਤਸ਼ੱਦਦ ਕਰਨੀ। ਅਤੇ ਮਹਾਰਾਜ ਕਹਿੰਦੇ ਵੀ ਜਦੋਂ ਇੰਨੀ ਗੱਲ ਕਹੀ, ਕਹਿੰਦੇ ਥੰਮ ਉਪਾੜ ਹਰ ਆਪ ਦਿਖਾਇਆ, ਅਹੰਕਾਰੀ ਦੈਤ ਮਾਰ ਪਹੁੰਚਾਇਆ। ਥੰਮ ਪਾੜ ਕੇ ਭਾਵ ਜਿਹੜੇ ਮਹਿਲ ਦੇ ਵਿੱਚ ਖੜ੍ਹੇ ਸੀਗੇ, ਜਿਹੜਾ ਉਹਦਾ ਰਾਜ ਮਹਿਲ ਸੀ, ਉਸ ਰਾਜ ਮਹਿਲ ਦੇ ਵਿੱਚੋਂ ਮਾਲਕ ਆਪ ਦਾ ਸ਼ਕਤੀ ਰੂਪ ਧਾਰਨ ਕਰਕੇ, ਨਰ ਸਿੰਘ ਅਵਤਾਰ ਰੂਪ ਧਾਰਨ ਕਰਕੇ ਥੰਮ ਉਪਾੜ ਕੇ ਆ ਪੌਣ ਪਾਣੀ ਬਸੰਤਰ ਆ ਅਸਮਾਨ ਦੀ ਛਾਤੀ ਨੂੰ ਪਾੜ ਕੇ ਧਰਤੀ ਛਾਤੀ ਨੂੰ ਪਾੜਦੇ ਹੋਏ ਮਹਾਰਾਜ ਪ੍ਰਗਟ ਹੋਏ। ਅਤੇ ਉਹਨਾਂ ਨੇ ਰੂਪ ਐਸਾ ਧਾਰਨ ਕੀਤਾ ਸੀ, ਅੱਧਾ ਧੜ ਉਹ ਰੂਪ ਜਾਂ ਤਾਂ ਪ੍ਰਹਲਾਦ ਨੂੰ ਦਿਖਦਾ ਸੀ ਅਤੇ ਜਾਂ ਹਰਨਾਕਸ਼ ਨੂੰ ਜਿੰਦਾ ਵੱਧ ਕੀਤਾ ਸੀ, ਮਹਾਰਾਜ ਨੇ ਖਤਮ ਕੀਤਾ। ਉਹ ਅੱਧਾ ਧੜ ਕਹਿੰਦੇ ਮਨੁੱਖ ਦਾ, ਅੱਧਾ ਧੜ ਮਰਦ ਦਾ ਅਤੇ ਅੱਧਾ ਇਸਤਰੀ ਦਾ। ਅਤੇ ਉਹ ਕਹਿੰਦਾ ਸੀ ਮੈਨੂੰ ਮਰਦ ਨਹੀਂ ਮਾਰ ਸਕਦਾ, ਇਸਤਰੀ ਨਹੀਂ, ਕਿਉਂਕਿ ਮਾਲਕ ਅੱਗੇ ਕੋਈ ਜ਼ੋਰ ਨਹੀਂ, ਉਹਦਾ ਧੜ ਦੋਨੋਂ ਵੱਖੋ ਵੱਖ। ਅਤੇ ਕਹਿੰਦੇ ਨਾ ਧਰਤੀ ਨਾ ਅਸਮਾਨ, ਅਤੇ ਉਹਨੂੰ ਗੋਦੀ ਦੇ ਵਿੱਚ ਚੱਕ ਲਿਆ ਅਤੇ ਮਹਿਲ ਦੀ ਦਹਿਲੀਜ਼ ਵਿੱਚ ਲੈ ਗਏ ਵੀ ਨਾ ਬਾਹਰ ਮਾਰ ਸਕੇ ਨਾ ਅੰਦਰ ਕੋ ਮਾਰ ਸਕੇ। ਦਹਿਲੀਜ਼ ਦੇ ਵਿੱਚ ਖੜ੍ਹ ਗਏ ਮਹਾਰਾਜ, ਨਾ ਧਰਤੀ ਅਤੇ ਨਾ ਅਸਮਾਨ, ਉਹਨੂੰ ਗੋਦੀ ਵਿੱਚ ਚੱਕ ਲਿਆ। ਅਤੇ ਕਹਿੰਦੇ ਨਾ ਕੋਈ ਮੈਨੂੰ ਜਿਹੜਾ ਹੈਗਾ ਹੈ ਹਥਿਆਰ ਮਾਰ ਸਕਦਾ। ਅਤੇ ਉਹ ਨਰ ਸਿੰਘ ਦਾ ਜਿਹੜਾ ਰੂਪ ਧਾਰਨ ਕੀਤਾ ਸੀ, ਉਹਦੇ ਨਾਖੂਨ ਇੰਨੇ ਵੱਡੇ ਸੀ ਕਿ ਨਾਖੂਨਾਂ ਦੇ ਨਾਲ ਹੀ ਜਿਹੜਾ ਉਹਦਾ ਢਿੱਡ ਪਾੜ ਦਿੱਤਾ। ਗੁਰਬਾਣੀ ਕਹਿੰਦੇ ਨਾ ਥੰਮ ਉਪਾੜ ਹਰ ਆਪ ਦਿਖਾਇਆ, ਅਹੰਕਾਰੀ ਦੈਤ ਮਾਰ ਪਹੁੰਚਾਇਆ, ਭਗਤਾਂ ਮਨ ਆਨੰਦ ਵੱਜੀ ਵਧਾਈ, ਆਪਣੇ ਸੇਵਕ ਕੋ ਦੇ ਵਡਿਆਈ। ਅਤੇ ਭਗਤ ਦੀ ਆਪ ਦੀ ਵਡਿਆਈ ਆਪ ਆ ਕੇ ਰੱਖੀ। ਮਹਾਰਾਜ ਕਹਿੰਦੇ ਜੰਮਣ ਮਰਨਾ ਮੋਹ ਉਪਾਇਆ, ਆਵਣ ਜਾਣਾ ਕਰਤੇ ਲਿਖ ਪਾਇਆ, ਪ੍ਰਹਲਾਦ ਕੇ ਕਾਰਜ ਹਰ ਆਪ ਦਿਖਾਇਆ, ਭਗਤਾਂ ਕਾ ਬੋਲ ਅੱਗੇ ਆਇਆ। ਹੁਣ ਮਹਾਰਾਜ ਨੇ ਇੱਥੇ ਜਿਹੜੀ ਮੇਰੀ ਗੱਲ ਕਰਨ ਦਾ ਮਕਸਦ ਇਹ ਆ ਵੀ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤੇ ਆਪਣਾ ਰੂਪ ਦਿਖਾਇਆ। ਵੀ ਜਦੋਂ ਵੀ ਸਮੇਂ ਸਮੇਂ ਦੇ ਉੱਪਰ ਕੋਈ ਵੀ ਹੰਕਾਰੀ ਪੁਰਸ਼ ਪੈਦਾ ਹੁੰਦਾ ਹੈ, ਜਿਹੜਾ ਆਪਦੇ ਹੰਕਾਰ ਨੂੰ ਮੁੱਖ ਰੱਖ ਕੇ ਆਪ ਦਾ ਪ੍ਰਚਾਰ, ਆਪ ਦਾ ਪਸਾਰ ਅਤੇ ਅਕਾਲ ਪੁਰਖ ਦੇ ਬਰਾਬਰ ਸ਼ਰੀਕੀ ਕਰਦਾ ਹੈ, ਅਕਾਲ ਪੁਰਖ ਉਹਦਾ ਜਿਹੜਾ ਹੈ ਖਾਤਮਾ ਕਰਦੇ ਹੀ ਕਰਦੇ ਨੇ। ਅਤੇ ਮਹਾਰਾਜ ਨੇ ਕਿਹਾ ਵੀ ਜਿਹੜਾ ਭਗਤ ਦੇ ਨਾਲ ਕੋਈ ਹੰਕਾਰੀ ਪੁਰਸ਼ ਜਾਂ ਇਸ ਤਰ੍ਹਾਂ ਕਰੇਗਾ, ਵੀ ਆਪਾਂ ਇਹਦੇ ਤੋਂ ਸਮਝਣਾ ਵੀ ਦੇਖੋ ਜਿਹੜਾ ਪ੍ਰਹਲਾਦ ਦਾ ਪਿਤਾ ਸੀਗਾ ਹਰਨਾਕਸ਼, ਉਹਦਾ ਕਿੰਨਾ ਵੱਡਾ ਰਾਜ ਸੀ। ਬਹੁਤ ਸੰਗਤ ਲਾ ਲਓ, ਬਹੁਤ ਲੋਕ ਲਾ ਲਓ ਉਹਦੇ ਪਿੱਛੇ ਸੀਗੇ। ਸਾਰਾ ਰਾਜ ਉਹਦਾ ਨਾਮ ਜਪਦਾ ਸੀਗਾ। ਜਿਵੇਂ ਆਪਾਂ ਅੱਜ ਕੱਲ੍ਹ ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਹੈ, ਇਹਦੇ ਫੋਲੋਵਰਸ ਹੁੰਦੇ ਨੇ ਅਤੇ ਉਹਦਾ ਨਾਮ ਜਪਦੇ ਹਨ। ਇਸ ਤਰ੍ਹਾਂ ਹਰਨਾਕਸ਼ ਦਾ ਨਾਮ ਜਪਦੇ ਸੀ। ਇੰਨਾ ਰਾਜ ਭਾਗ ਸੀ, ਬਿਲਡਿੰਗਾਂ ਸੀ, ਆਪਦਾ ਵੱਡਾ ਬਹੁਤ ਦੌਲਤ ਸ਼ੌਹਰਤ ਸਲਤਨਤ ਬੜੀ ਵੱਡੀ ਸੀ, ਜਿਵੇਂ ਕਿਸੇ ਸਮੇਂ ਦੇ ਵਿੱਚ ਰਾਵਣ ਦੀ ਸੀ। ਪਰ ਕਹਾਣੀ ਕੀ ਸੀ? ਮਨ 'ਚ ਹੰਕਾਰ ਸੀ, ਇਸ ਕਰਕੇ ਛੋਟੇ ਪੈ ਗਏ।
ਹੁਣ ਭਗਤ ਜਿਹੜਾ ਹੋਏ ਨੇ ਉਹਨਾਂ ਦਾ ਮਨ ਸੱਚ ਦੇ ਨਾਲ ਜੁੜਿਆ ਹੋਇਆ, ਜਿਹਨੂੰ ਕਹਿੰਦੇ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਵੀ ਜੇ ਕੀੜੀ ਵਰਗੇ ਮਨ ਜਿਹੜਾ ਛੋਟਾ ਜਿਹਾ ਹੁੰਦਾ, ਜੇਕਰ ਉਹਦਾ ਚਿੱਤ ਸੱਚ ਦੇ ਨਾਲ ਜੁੜਿਆ ਹੋਇਆ ਨਾ ਜੀ, ਉਹ ਤੁੱਲ ਨਹੀਂ ਹੋਣਾ। ਹੁਣ ਇੰਨਾ ਵੱਡਾ ਹਰਨਾਕਸ਼ ਤੋਂ ਪਿਓ, ਇੰਨੀ ਵੱਡੀ ਸਲਤਨਤ ਦਾ ਰਾਜ, ਤੇ ਪ੍ਰਹਿਲਾਦ ਦੀ ਸੱਚੇ ਪਾਤਸ਼ਾਹ ਕਿਉਂ ਰੱਖਦੇ ਆ? ਕਿਉਂ? ਪ੍ਰਹਿਲਾਦ ਦੇ ਨਾਲ ਪਿਆਰ ਸੀ, ਮਹਾਰਾਜ ਦਾ ਯਾਰ ਸੀਗਾ, ਬੇਲੀ ਸੀ। ਤੇ ਜਿਹੜਾ ਹਰਨਾਕਸ਼ ਸੀ ਉਹਨੂੰ ਬੇਸ਼ੱਕ ਉਹਦੇ ਕਰਮਾਂ ਕਰਕੇ ਕਾਲ ਨੇ ਦੌਲਤ ਸ਼ੌਹਰਤ ਸਾਰਾ ਕੁਛ ਦਿੱਤਾ ਹੋਇਆ ਸੀ, ਪਰ ਹੰਕਾਰ ਸੀ ਉਹਦੇ ਵਿੱਚ। ਤੇ ਮਹਾਰਾਜ ਕਹਿੰਦੇ ਹਰ ਜੀਓ ਹੰਕਾਰ ਨਾ ਭਾਵੇ। ਮਾਲਕ ਨੂੰ ਹੰਕਾਰ ਨਹੀਂ ਪਾਉਂਦਾ ਕਿਸੇ ਦਾ ਵੀ, ਚਾਹੇ ਕੋਈ ਕਿੰਨਾ ਚੰਗਾ ਹੈ, ਚਾਹੇ ਕੋਈ ਜਤੀ ਸਤੀ ਹੈ। ਜਤੀ ਸਤੀ ਤਾਂ ਰਾਵਣ ਬਹੁਤ ਵੱਡਾ ਸੀ, ਨਾਮ ਬੜਾ ਜਪਦਾ ਹੁੰਦਾ ਸੀ, ਬੜੀਆਂ ਤਾਕਤਾਂ ਵੀ ਸੀ ਉਹਦੇ ਕੋਲ। ਹਰਨਾਕਸ਼ ਵੀ ਬੜਾ ਵੱਡਾ ਜਤੀ ਸਤੀ ਸੀ। ਜਤੀ ਸਤੀ ਤੋਂ ਨਾ ਵੇਖੋ, ਨਾਮ ਜਪਣੇ ਤੋਂ ਨਾ ਵੇਖੋ, ਉਹਦੇ ਪਹਿਰਾਵੇ ਤੋਂ ਨਾ ਵੇਖੋ, ਉਹਦੇ ਪਿੱਛੇ ਲੋਕਾਂ ਤੋਂ ਨਾ ਵੇਖੋ, ਉਹਦੀ ਸਲਤਨਤ ਤੋਂ ਨਾ ਦੇਖੋ। ਵੇਖੋ ਮਨ ਦੇ ਵਿੱਚ ਕੀ ਆ, ਹੰਕਾਰ ਹੈ ਕਿ ਪਿਆਰ ਹੈ? ਜਿਹੜਾ ਹੰਕਾਰੀ ਪੁਰਸ਼ ਆ, ਵੇਖੋ ਇੱਕ ਮਾਤਰ ਬਾਲਕ ਸਮਾਨ ਪ੍ਰਹਲਾਦ ਆ, ਤੇ ਇੰਨੀ ਵੱਡੀ ਸਲਤਨਤ ਹੋਣ ਦੇ ਨਾਲ ਵੀ ਜਿਹੜਾ ਹੰਕਾਰੀ ਹੈ ਉਹ ਅੰਦਰੋਂ ਖਾਲੀ ਹੁੰਦਾ। ਤੇ ਜਿਹੜਾ ਖਾਲੀ ਹੁੰਦਾ ਨਾ, ਤੇ ਉਹਨੂੰ ਤਾਂ ਬਸ ਭੁੱਖ ਲੱਗੀ ਰਹਿੰਦੀ, ਨਾ ਤਾਂ ਉਹਦਾ ਲੋਭ ਕਦੇ ਖਤਮ ਹੁੰਦਾ, ਤੇ ਉਹਨੂੰ ਹਰ ਟਾਈਮ ਇਹ ਹੀ ਰਹਿੰਦਾ ਵੀ ਯਾਰ ਮੇਰੇ ਤੋਂ ਵੱਧ ਕੇ ਨਾ ਕੋਈ ਹੋ ਜਾਏ। ਠੀਕ ਹੈ ਨੀ? ਜਿਹੜਾ ਹੰਕਾਰੀ ਪੁਰਸ਼ ਹੈ, ਜਿਹੜਾ ਲੋਭੀ ਹੈ, ਉਹ ਵੀ ਇਹੀ ਸੋਚਦਾ ਮੇਰੇ ਤੋਂ ਨਾ ਕੋਈ ਵੱਧ ਜਾਏ। ਕ੍ਰੋਧੀ ਕਹਿੰਦਾ ਮੇਰੇ ਤੋਂ ਨਾ ਕੋਈ ਵੱਡਾ ਹੋ ਜਾਏ। ਜਿਹੜਾ ਪੰਜਾਂ ਦੇ ਵਿੱਚ ਹੈ ਨਾ, ਚਾਹੇ ਉਹਦੇ ਕੋਲ 9 ਖੰਡ ਪ੍ਰਿਥਵੀ ਦਾ ਰਾਜ ਹੋਵੇ, ਪਰ ਉਹਨੇ ਇਹ ਹੀ ਸੋਚਣਾ ਵੀ ਮੇਰੇ ਤੋਂ ਮੈਨੂੰ ਹਮ ਕੀਆ ਹਮ ਕरेंगे ਹਮ ਮੂਰਖ ਗਵਾ, ਕਰਨੇ ਹਾਰ ਸਾਰਿਆ ਦੂਜੇ ਭਾਏ ਪਿਆ। ਸੋ ਉਹਨਾਂ ਨੇ ਇਹ ਕਹਿਣਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਹਿਜ ਦੇ ਵਿੱਚ ਰਹਿਣਾ। ਜੇਕਰ ਜੀਵਨ ਦੇ ਵਿੱਚ ਕੁਛ ਪਾਉਣਾ ਚਾਹੁੰਦੇ ਹੋ, ਸਹਿਜ ਦੇ ਵਿੱਚ, ਪਿਆਰ ਦੇ ਵਿੱਚ, ਵਿਸ਼ਵਾਸ ਭਰੋਸੇ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ, ਤੇ ਫਿਰ ਅਕਾਲ ਪੁਰਖ ਸਾਡੇ ਭਰੋਸੇ ਦੀ ਤਕੀਦ ਕਰਦੇ ਨੇ, ਸਾਡੇ ਉੱਤੇ ਆਪਦਾ ਹੱਕ ਜਤਾਉਂਦੇ ਨੇ। ਭਾਵੇਂ ਬੇਸ਼ੱਕ ਕਿੰਨੀ ਮਰਜ਼ੀ ਵੱਡੀ ਦੁਨੀਆ ਹੋਵੇ, ਰਾਜ ਭਾਗ ਹੋਣ, ਪਰ ਜਿੱਥੇ ਭਗਤ ਹੁੰਦਾ ਹੈ ਨਾ ਮਾਲਕ ਦੇ ਲਈ, ਉੱਥੇ ਕੋਈ ਦੂਜਾ ਨਹੀਂ ਹੁੰਦਾ। ਮੇਰੇ ਇਹਦੇ ਵਿੱਚੋਂ ਇਹ ਹੋਰ ਸਿੱਟਾ ਆਪਾਂ ਕੱਢਦੇ ਹਾਂ ਵੀ ਜਦੋਂ ਸਾਡਾ ਮਨ ਕਰਕੇ ਅਸੀਂ ਮਾਲਕ ਦੇ ਨਾਲ ਜੁੜ ਗਏ, ਕੋਈ ਐਸੀ ਜੁਗਤੀ, ਕੋਈ ਐਸੀ ਵਿਧੀ ਨਹੀਂ ਇੱਕ ਪਿਆਰ ਤੋਂ ਬਿਨਾਂ ਜਿਹੜੀ ਸੱਚ ਨੂੰ ਮਿਲਾ ਦੇਵੇ। ਕੋਈ ਐਸੀ ਜੁਗਤੀ, ਕੋਈ ਐਸੀ ਵਿਧੀ ਨਹੀਂ ਹੈਗੀ, ਜਾਂ ਕੋਈ ਐਸਾ ਸਿਸਟਮ ਨਹੀਂ ਵੀ ਜਿਹੜਾ ਸੱਚ ਨਾਲ ਮਿਲਾ ਦੇਵੇ ਪਿਆਰ ਤੋਂ ਬਿਨਾਂ। ਜੇ ਵਿਰਾਗ ਨਹੀਂ ਮਨ ਦੇ ਵਿੱਚ, ਪਿਆਰ ਨਹੀਂ ਮਨ ਦੇ ਵਿੱਚ, ਕੀਤੇ ਹੋਏ ਜਪ ਤਪ ਸਤ ਸਾਰੇ ਜਿਹੜੇ ਉਹ ਨਿਫਲ ਹੁੰਦੇ ਨੇ। ਕਿਉਂਕਿ ਮੈਂ ਪਹਿਲੋਂ ਤਾਂ ਹੀ ਗੱਲ ਕੀਤੀ ਨਾ ਇਹਦੀ, ਹਰਨਾਕਸ਼ ਦੀ, ਰਾਵਣ ਦੀ। ਜਤ ਸਤ ਸੀਗਾ, ਵਿਧੀ ਸੀ, ਲੋਕ ਬੜੇ ਹੀ ਪਿੱਛੇ, ਪਰ ਹੰਕਾਰ ਸੀ ਮਨ 'ਚ। ਹੰਕਾਰ ਵਿੱਚ ਕੌੜੇ ਬਚਨ, ਦ੍ਰਿਸ਼ਟੀ ਸਮਾਨ ਨਹੀਂ ਹੁੰਦੀ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਹੁਣ ਆਹ ਹਵਾ ਚੱਲਦੀ ਵੀ ਬਾਹਰ ਬ੍ਰਹਿਮੰਡ 'ਚ, ਇਹ ਕਦੇ ਕਹਿੰਦੀ ਆ ਵੀ ਮੈਂ ਗਰੀਬ ਨੂੰ ਨਹੀਂ ਲੱਗਦੀ ਤੇ ਅਮੀਰ ਨੂੰ ਨਹੀਂ ਵੱਧ ਲੱਗੂਗੀ। ਪ੍ਰਕਿਰਤੀ ਕੁਦਰਤ ਸਭ ਇੱਕ ਨੂੰ ਦਿੰਦੀ। ਇਹ ਤਾਂ ਹੈ ਨਹੀਂ ਵੀ ਗਰੀਬਾਂ ਦਾ ਸੂਰਜ ਲੱਗ ਚੜ੍ਹਦਾ, ਅਮੀਰਾਂ ਦਾ ਲੱਗ ਚੜ੍ਹਦਾ, ਸਾਰਿਆਂ ਲਈ ਇੱਕ ਮੌਸਮ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਮਾਨ ਹੋਣੀ ਚਾਹੀਦੀ ਹੈ, ਤੇ ਜਿਹਦੀ ਦ੍ਰਿਸ਼ਟੀ ਨਹੀਂ ਸਮਾਨ, ਉਹ ਨਿੰਦਿਆ ਚੁਗਲੀ ਵਿੱਚ ਜਾਏਗਾ। ਇਸ ਕਰਕੇ ਅਸੀਂ ਆਪਦਾ ਜੀਵਨ ਜਿਹੜਾ ਹੈ ਉਹਨੂੰ ਸ਼ਬਦ ਨਾਲ, ਬ੍ਰਹਮ ਦੇ ਗਿਆਨ ਦੇ ਨਾਲ ਇੰਨਾ ਰੰਗ ਲੈਣਾ ਹੈ ਕਿ ਜੋ ਅਸੀਂ ਕਹਿ ਰਹੇ ਹਾਂ, ਸੁਣ ਰਹੇ ਹਾਂ, ਕਥਨੀ ਤੇ ਇੱਕ ਹੋ ਜਾਈਏ। ਜਿਵੇਂ ਭਗਤਾਂ ਨੇ ਰੰਗਿਆ, ਧਰੂ ਜੀ ਨੇ ਰੰਗਿਆ, ਪ੍ਰਹਲਾਦ ਜੀ ਨੇ ਰੰਗਿਆ। ਗੁਰੂ ਘਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਬਈ ਉਹਨਾਂ ਦੇ ਅੰਗੇਸਟ ਲੋਕਾਂ ਦੇ ਵਿੱਚ ਕਿੰਨੀ ਦੁਬਿਧਾ, ਉਹਨਾਂ ਦੇ ਪਰਿਵਾਰ ਵਿੱਚ ਦੁਬਿਧਾ ਸੀ, ਪਰ ਉਹਨਾਂ ਨੇ ਆਪਦਾ ਸਿਦਕ ਨੂੰ ਨਹੀਂ ਛੱਡਿਆ। ਤੇ ਇਸ ਕਰਕੇ ਮਹਾਰਾਜ ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਇਹ ਥੋੜ੍ਹੀ ਨਾ ਬਈ ਆਪ ਪਹਿਲਾਂ ਬਣ ਜਾਓ, ਆਪ ਦਾ ਸਿਸਟਮ ਬਣਾ ਲਓ, ਤੇ ਦੂਜਿਆਂ ਨੂੰ ਫਿਰ ਉਪਦੇਸ਼ ਕਰਨ ਲੱਗ ਪਵੋ। ਆਪ ਠੱਗੀ ਚੋਰੀ ਨਾਲ ਕਰ ਲਓ ਸਾਰਾ ਕੁਛ, ਤੇ ਦੂਜੇ ਨੂੰ ਫਿਰ ਉਪਦੇਸ਼ ਦਿੱਤੀ ਜਾਓ। ਠੀਕ ਨਹੀਂ? ਜੇ ਗੁਰੂ ਨਾਨਕ ਨੇ ਜਿਵੇਂ ਆਪ ਖਾਧਾ ਹੈ ਉਵੇਂ ਹੀ ਦੂਜੇ ਨੂੰ ਖਾਣਾ ਸਿਖਾਇਆ। ਠੀਕ ਹੈ ਨਾ ਜੀ? ਆਪ ਅਸੀਂ ਮਤਲਬ ਕੀ ਕਹਿੰਦੇ ਆ, ਆਪ ਦਾ ਅਸੀਂ ਘੇਰਾ ਬਣਾ ਲਈਏ,
फिर दूजिਆਂ ਨੂੰ ਉਪਦੇਸ਼ ਕਰੀਏ। ਕਹਿੰਦੇ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੈ। ਠੀਕ ਹੈ ਕਿ ਨਹੀਂ? ਸੋ ਇਸ ਕਰਕੇ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਵੇਖੋ ਗੁਰਮੁਖ ਪਿਆਰਿਓ, ਪ੍ਰਚਾਰ ਕਰਨਾ ਤਾਂ ਬਾਅਦ ਦੀ ਗੱਲ ਏ, ਪਹਿਲਾਂ ਆਪਾਂ ਆਪਦੇ ਮਨ ਨੂੰ ਰੰਗੀਏ। ਆਪਦੇ ਮਨ ਨੂੰ ਰੰਗਣਾ ਹੀ ਬੜਾ ਔਖਾ ਹੈ। ਜਦੋਂ ਮਨ ਰੰਗਿਆ ਜਾਂਦਾ ਪ੍ਰਚਾਰ ਤਾਂ ਆਪਣੇ ਆਪ ਹੋ ਜਾਂਦਾ, ਕਿਉਂਕਿ ਰੰਗੇ ਹੋਏ ਮਨ ਨੇ ਜਿਹੜੇ ਬਚਨ ਕਰਨੇ ਨੇ ਉਹੀ ਕਥਾ ਬਣ ਜਾਣੀ ਆ। ਮਨ ਰੰਗਿਆ ਨਹੀਂ ਤੇ ਅਸੀਂ ਧੱਕੇ ਨਾਲ ਆਪਦੇ ਗਿਆਨ ਮੁਤਾਬਕ, ਆਪ ਦੀਆਂ ਗੱਲਾਂ ਦੇ ਮੁਤਾਬਕ ਲੋਕਾਂ 'ਚ ਦਿਖਾਵਾ ਕਰਨਾ ਕਰੀਏ ਵੀ ਸਾਡੇ ਤੋਂ ਵੱਡਾ ਕੋਈ ਗਿਆਨੀ ਨਹੀਂ, ਸਾਡੇ ਤੋਂ ਵੱਡਾ ਕੋਈ ਧਿਆਨੀ ਨਹੀਂ, ਸਾਡੇ ਤੋਂ ਵੱਡਾ ਕੋਈ ਮੁਖੀ ਨਹੀਂ, ਸਾਡੇ ਤੋਂ ਵੱਡਾ ਕੋਈ ਦਾਨੀ ਪੁੰਨੀ ਨਹੀਂ, ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਸਹਿਜ ਦਾ ਵਿਸ਼ਾ ਹੈ। ਅਤੇ ਸਹਿਜ ਆਉਂਦੀ ਹੈ ਜੀ ਗੁਰਮੰਤਰ ਨੂੰ ਜਪਣ ਤੋਂ ਬਾਅਦ, ਜਦੋਂ ਅਨਹਦ ਨਾਦ ਚੱਲਦਾ ਉਹਨੂੰ ਸੁਣ ਸੁਣ ਕੇ, ਅੰਮ੍ਰਿਤ ਰਸ ਪੀ ਪੀ ਕੇ ਸਹਿਜ ਬਣਦੀ। ਜਿੰਨਾ ਅਸੀਂ ਨਾਦ ਦੀ ਅਤੇ ਸੱਚ ਪ੍ਰਕਾਸ਼ ਨੂੰ ਦੇਖਣ ਦੀ ਸੇਵਾ ਕਰਾਂਗੇ, ਇੱਕ ਦ੍ਰਿਸ਼ਟ ਕਰਕੇ, ਇੱਕ ਧਿਆਨ ਕਰਕੇ, ਓਨੀ ਸਹਿਜ ਸਾਡੇ ਅੰਦਰ ਪ੍ਰਗਟ ਹੋਏਗੀ। ਜਿੰਨਾ ਅੰਮ੍ਰਿਤ ਰਸ ਪੀਓਗੇ ਓਨੇ ਮਿੱਠੇ ਵਚਨ, ਅਤੇ ਜਿੰਨਾ ਅੰਮ੍ਰਿਤ ਰਸ ਤੇ ਨਾਦ ਤੋਂ ਪਿੱਛੇ ਹਟੋਗੇ, ਵਿਖਾਵੇ ਦੇ ਸੰਤ ਹੋਵੋਗੇ, ਓਨੇ ਫਿੱਕੇ ਬਚਨ, ਕ੍ਰੋਧ, ਹੰਕਾਰ ਦੀ ਧਾਰਾ ਸਾਡੇ ਅੰਦਰ। ਇਸ ਕਰਕੇ ਇਹ ਧਨ ਅਖੋਟੈ, ਨਾਨਕ ਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੇ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਨਾਮ ਮਨ ਵਸਾਈ। ਇਹ ਅਖੁੱਟ ਧਨ ਹੈ। ਅਖੁੱਟ ਧਨ ਤਾਂ ਕਿਹਾ ਵੀ ਇਹ ਮਨ ਨੂੰ ਨਿਰਮਲ ਹੀ ਕਰਦਾ ਜਾਂਦਾ। ਨਿਰਮਲ ਰਫਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨਹੀਂ ਤਾਂ ਸਾਡਾ ਮਨ ਇੱਕ ਇਕੱਲਾ ਗਿਆਨੀ ਬਣ ਕੇ, ਇਕੱਲਾ ਇੱਕ ਜਿਹੜਾ ਹੈ ਲੋਕ ਪ੍ਰਚਾਰ ਕਰਕੇ ਹੀ ਇੱਥੋਂ ਤੱਕ ਸੀਮਿਤ ਰਹਿ ਜਾਂਦਾ, ਅੰਦਰਲੀ ਅਵਸਥਾ ਨਹੀਂ ਸਾਡੀ ਹੁੰਦੀ। ਸੋ ਹੁਣ ਆਪਾਂ ਆਮ ਦੇਖਦੇ ਹੀ ਹਾਂ ਜਿਹੜੇ ਅਨਾੜੀ ਸੰਤ ਨੇ, ਇਸੇ ਸਤੋ ਗੁਣ ਦਾ ਸਹਾਰਾ ਲੈ ਕੇ ਅਗਲੇ ਆਪਦੀ ਸਲਤਨਤ ਬਣਾ ਲੈਂਦੇ ਨੇ। ਪੈਸਾ ਇਕੱਠਾ ਕਰ ਲਿਆ, ਲੋਕ ਪਿੱਛੇ ਲਾ ਲੈ, ਕੁਛ ਸਮੇਂ ਦੇ ਵਿੱਚ ਹੀ ਕਿੱਲਿਆਂ ਦੇ ਕਿੱਲੇ ਜ਼ਮੀਨਾਂ ਬਣਾ ਲਈਆਂ, ਗੱਡੀਆਂ, ਪੈਸਾ, ਸਾਰਾ ਕੁਛ ਇਕੱਠਾ ਕਰਕੇ, ਅਤੇ ਉਸ ਤੋਂ ਬਾਅਦ ਧੰਨ ਧੰਨ ਕਰੋ ਜੀ, ਦੂਜਿਆਂ ਨੂੰ ਉਪਦੇਸ਼ ਕਰਨਾ ਸ਼ੁਰੂ ਕਰ ਦਿੱਤਾ। ਅਤੇ ਆਖੇ ਬਾਬਾ ਜੀ ਤੁਹਾਡੇ ਕੋਲ ਕਿਵੇਂ ਆਇਆ ਜੀ? ਉੱਥੇ ਕਹਿੰਦੇ ਵੀ ਸੰਤਾਂ ਨੂੰ ਇਸ ਤਰ੍ਹਾਂ ਨਹੀਂ ਕਹੀਦਾ ਜੀ, ਸੁਖਮਣੀ ਸਾਹਿਬ 'ਚ ਪੜ੍ਹਦੇ ਹੋ ਨਾ, ਫਿਰ ਸੰਤਾਂ ਦੀ ਨਿੰਦਿਆ ਦਾ ਕੀ ਫਲ ਹੁੰਦਾ, ਡਰਾ ਦਿੰਦੇ ਨੇ। ਅਤੇ ਆਮ ਪੰਜਾਬ 'ਚ ਨਹੀਂ, ਹਰਿਆਣੇ 'ਚ ਨਹੀਂ, ਸਾਰੇ ਇੰਡੀਆ 'ਚ, ਵਰਲਡ 'ਚ ਇਵੇਂ ਚੱਲੀ ਜਾਂਦਾ। ਪਹਿਲੋਂ ਬਾਬਾ ਆਪ ਕਮਾਈ ਕਰਦਾ ਹੈ, ਮੁੜ ਕੇ ਦੂਜਿਆਂ ਨੂੰ ਡਰਾਉਂਦਾ ਵੀ ਮੇਰੇ ਪਰਦੇ ਨਾ ਚੱਕੇ ਜਾਣ। ਸੋ ਇਸ ਕਰਕੇ ਬਾਬੇ ਨੂੰ ਪੁੱਛਣ ਵਾਲਾ ਹੋਵੇ ਵੀ ਤੇਰੇ ਕੋਲੋਂ ਕਿੱਥੋਂ ਆਈ। ਅੱਜ ਜਿੰਨੇ ਇੰਡੀਆ ਦੇ ਵੱਡੇ ਬਾਬੇ ਜੇਲ੍ਹਾਂ 'ਚ ਨੇ ਜਾਂ ਹੁਣ ਨਵੇਂ ਕੋ ਚੱਲਦੇ ਪਏ ਨੇ, ਇਹਨਾਂ ਦਾ 10 ਸਾਲ ਵੀ ਜਦੋਂ ਇਹ ਪ੍ਰਚਾਰ ਕਰਨ ਲੱਗੇ ਅਤੇ ਉਦੋਂ 10 ਸਾਲ ਪਹਿਲਾਂ ਰਿਕਾਰਡ ਕੱਢ ਕੇ ਵੇਖ ਲਓ। ਕਿਸੇ ਕੋ ਪਾਟੀ ਧੋਤੀ ਹੁੰਦੀ ਸੀ, ਕੋਈ ਨਿੱਕਰਾਂ ਵੇਚਦਾ ਸੀ, ਅਤੇ ਕੋਈ ਪਰਚੂਨ ਦੀ ਦੁਕਾਨ 'ਤੇ ਲੱਗਾ ਹੋਇਆ ਸੀਗਾ, ਅਤੇ ਕੋਈ ਦਿਹਾੜੀ ਕਰਦਾ ਸੀ, ਕੋਈ ਮਜ਼ਦੂਰੀ ਕਰਦਾ। ਜਦੋਂ ਇਸ ਤਰ੍ਹਾਂ ਤਰੀਕਾ ਟਕਵੰਜ ਬਣਾਉਣਾ ਆਇਆ, ਦਿਨਾਂ 'ਚ ਹੀ ਆ ਗਿਆ ਸਾਰਾ ਕੁਝ। ਦਿਨਾਂ 'ਚ ਮਿਹਨਤ ਨਾਲ ਇੱਕ ਬੰਦੇ ਜਿਹਦੇ ਕੋਲ 10 ਕਿੱਲੇ 12 ਕਿੱਲੇ ਜ਼ਮੀਨ ਹੈ, ਜਿਹਦੇ ਬਾਪ ਕੋਲ, ਉਹਦੇ ਜਿਹੜਾ ਬੰਦਾ ਮਿਹਨਤ ਨਾਲ ਚੱਲਦਾ, ਉਹ ਉਹਦੇ ਪੁੱਤ ਤੱਕ ਆਉਂਦੀ ਉਹ 12 ਤੋਂ 11 ਹੋ ਸਕਦੀ ਹੈ, 90%। 11 ਤੋਂ 10 ਹੋ ਸਕਦੀ ਹੈ, ਪਰ 12 ਤੋਂ 50 ਅਤੇ 50 ਤੋਂ 100 ਨਹੀਂ ਬਣ ਸਕਦੀ ਇਕੱਲੀ ਮਿਹਨਤ ਨਾਲ। ਹਾਂ, ਕੋਈ ਬਾਹਰ ਚਲਾ ਜਾਏ, ਵਿਦੇਸ਼ ਚਲਾ ਜਾਏ, ਕਮਾਈ ਕਰ ਲੈ, ਹੋਰ ਫਿਰ ਵੀ ਬੜਾ ਔਖਾ ਹੈ ਜੀ। ਸੋ ਇਸ ਕਰਕੇ ਮਤਲਬ ਜਿਹੜਾ ਅਨਾੜੀ ਅਸੰਤ ਨੇ ਨਾ, ਇਹ ਟਕਵੰਜ ਦੇ ਵਿੱਚ ਦੁਨੀਆ ਬੜੀ ਫਸੀ ਹੋਈ ਹੈ। ਇਹ ਮੈਂ ਤਾਂ ਪ੍ਰਹਲਾਦ ਜੀ ਦੀ ਗੱਲ ਸੁਣਾਈ ਹੈ ਵੀ ਭਗਤਾਂ ਕੋਲ ਤਾਂ ਇੱਕ ਹੀ ਇਹ ਪਿਆਰ ਅਤੇ ਸੱਚ ਦਾ ਧਿਆਨ, ਨਾਮ ਦਾ ਧਿਆਨ। ਇਸ ਕਰਕੇ ਮਨ ਨੂੰ ਰੰਗਣਾ ਹੁੰਦਾ। ਆਪਾਂ ਪ੍ਰਚਾਰ ਕਰਨਾ ਜ਼ਰੂਰੀ ਨਹੀਂ, ਜਿੰਨਾ ਮਨ ਨੂੰ ਸਵਾਰਨਾ ਜ਼ਰੂਰੀ ਹੈ। ਮਨ ਨੂੰ ਸਹਿਜ ਵਿੱਚ ਲੈ ਕੇ ਜਾਣਾ ਜ਼ਰੂਰੀ ਹੈ। ਮਨ ਨੂੰ ਅੰਮ੍ਰਿਤ ਦੇ ਨਾਲ ਜੋੜਨਾ ਜ਼ਰੂਰੀ ਹੈ। ਦੂਜੇ ਨੂੰ ਉਪਦੇਸ਼ ਕਰਨਾ ਸੌਖਾ ਹੈ। ਉਹ ਤਾਂ ਆਪਾਂ ਵੇਖਦੇ ਹਾਂ ਵੀ ਇੱਕ ਮਨਮੁਖ ਬੰਦਾ ਜਿਹੜਾ ਸ਼ਰਾਬੀ ਬੰਦਾ ਹੈ, ਉਹ ਵੀ ਸ਼ਰਾਬ ਪੀ ਕੇ ਉਪਦੇਸ਼ ਹੀ ਕਰਦਾ। ਜਦੋਂ ਸ਼ਰਾਬ ਪੀ ਲੈਂਦਾ ਹੈ, ਜਿਨ੍ਹਾਂ ਨਹੀਂ ਪੀਤੀ ਉਹਨਾਂ ਨੂੰ ਸਮਝਾਈ ਜਾਂਦਾ, ਐਂ ਕਰੋ, ਐਂ ਕਰੋ, ਐਂ ਕਰੋ। ਉਪਦੇਸ਼ ਤਾਂ ਕੋਈ ਵੀ ਕਰ ਸਕਦਾ, ਸਿਆਣੀਆਂ ਗੱਲਾਂ ਕਰਦਾ। ਮਨ ਨੂੰ ਸਵਾਰਿਆ ਕਿੰਨਾ ਕੁ? ਮਨ ਸਵਾਰਨਾ। ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਆਪ ਨੂੰ ਸਵਾਰਨਾ। ਆਪਾ ਸਵਰਿਆ ਜਾਏਗਾ ਸ਼ਬਦ ਤੇ ਬ੍ਰਹਮ ਦੇ ਗਿਆਨ ਦੇ ਨਾਲ। ਦੂਜੇ ਉੱਤੇ ਕਮੈਂਟ ਕਰਨਾ, ਦੂਜੇ ਨੂੰ ਟੌਰਚਰ ਕਰਨਾ, ਦੂਜੇ ਨੂੰ ਫਾਈਂਡ ਆਊਟ ਕਰਨਾ, ਉਹ ਤਾਂ ਸੌਖਾ ਹੀ।
हर कोई कर सकता है, एक शराबी भी कर सकता है, एक निंदक भी कर सकता है। ये काम सारा माया का है। पर दूजे दे विच हर टाइम रब वेखना, एक निगाह नाल वेखना, जिवें गुरु नानक ने कौडे राक्ष नूं भी उसे निगाह नाल वेख्या। ठीक है जी। सज्जन ठग नूं भी इक्को निगाह नाल वेख्या, भूमीए चोर नूं भी उसे निगाह नाल वेख्या, तां ही तां उन्हां दा उद्धार होया। ते जे वो कहना नहीं नहीं जी ये तो ठग ने, तो चोर ने, इन्हां नूं की करना, ये तो दूजिआं नूं लुट के खांदे ने, ठीक नहीं, फिर उद्धार थोड़ी ना हुंदा। फिर ब्रह्म ਗਿਆਨੀ काहदे होए सी, फिर संत काहदे होए सी, ਜਦੋਂ अगले दूजे च गलती कढ़ के ਉਹਨੂੰ उछालना। भाव के आप दे आप ਨੂੰ ਸਵਾਰਨਾ ਜ਼ਰੂਰੀ ਹੈ, ਪ੍ਰਚਾਰ ਕਰਨਾ नहीं ਜ਼ਰੂਰੀ। सो इस करके गुरमुख प्यारिओ, भगतां दा सदा सदा मालक रहा है, हर जुग जुग भगतों पाया पैज रखदा है राम राजे। वो यही है जी भी जिन्ना तुसीं आपदी सुरती नूं एक चित करके अंतरगत जिहड़ा तुहाडे नाद चलदा पिया, पहली स्टेज ते जिहड़ा तुसीं नाद सुनना है, उहदी सौखी विधि ये आ बई जिहड़ी शब्द सहज धुन तुसीं सुननी है, अखा बंद करके आपदी सुरती नूं अंतरगत जिथे तुहाडे अपने कंन ने ना, अंतरगत कन्नां विच ध्यान लिजा के सुनो। जिवें आपां पहिलां गुरमंत्र बोलदे आ ते कन्नां नाल सुणने आ ना, इसे तरीके पहली स्टेज ते जदों तुसीं सहज धुन सुननी सिੱਖਣੀ है ते कन्नां विच ध्यान ला के वेखना सामने आ, भाव के ध्यान सामने, सुरती कन्नां 'च, इत्थे शब्द सुनो ते नाल थोड़ा थोड़ा सिमरन करो। वाह गुरु, वाह गुरु, हौली हौली कर लो, कन्नां 'च ध्यान ला। फिर जदों इत्थों शब्द प्रपक्ष होएगा, सिमरन प्रपक्ष होएगा, शब्द प्रपक्ष अंदरला सुन सुन के सुनना, उत्थों फिर अमृत जल आएगा। अमृत जल आके सुरती निर्मल होएगी, सहज विच होएगी। ते फिर इस तो बाद जिहड़ा सामने वाला ध्यान है साडा उपरले बन्ने, जिथे दसवां घर है, निज महल है, सच्चा महल है, प्रकाश महल है, उधर नूं साडा खेल चलेगा। पहिलड़ा शब्द जिहड़ा है गुरमंत्र भी असी सिमरन करना है, ते कन्नां 'च ध्यान रखना है, ते सहज धुन भी जिहड़ी अंतरगत जिथे साडे कंन ने, इत्थे ध्यान धर के ही आप सुननी। तो फिर हौली हौली जदों अमृत चल पिया, प्रकाश चल पिया, संगत साधु दे नाल मिल के, फिर हौली हौली असीं आपदा ध्यान जिहड़ा उपर चकना, फिर उपर नूं लैके जाना। तो जिन्ना आपदे आप नूं संकोच के रखांगे उन्ना ही फायदा है, अनाड़ियां तो बचना। सो इस तरीके आओ फिर थोड़ा जिहा गुरमंत्र का अभ्यास करके समाप्ति करिए। हाँ जी, करो शुरू जी। वाहिगुरू 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 वाहिगुरू